ਪਾਰਟੀ ਚੋਂ ਕੱਢਤਾ ਗਿਆ ਸਿਰਫ ਇਸ ਕਰਕੇ ਅਨਿਲ ਜੋਸ਼ੀ ਨੂੰ। ਤੁਹਾਡਾ ਕਹਿਣਾ ਕਿ ਉਹ ਐਜ਼ ਏ ਮੰਤਰੀ ਨਾਨ ਪਰਫਾਰਮਰ ਰਹੇ ਨੇ ਤੇ ਬੀਜੇਪੀ ਨੂੰ ਉਹਦਾ ਨੁਕਸਾਨ ਹੋਇਆ। देखो कुछ कमियां रही हैं तो इसे करके वो भी आप खुद नहीं जित सके, इस करके पार्टी भी पूरे पंजाब च आ रही है। उन्होंने कोल तां वड्डा महकमा सी, शहरी महकमा सी। ਤੁਹਾਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਸਿਰਫ ਆਪਣੇ ਅਸਤਿਤਵ ਦੀ ਲੜਾਈ ਲੜ ਰਹੇ ਸੀਗੇ? 100% बिल्कुल ठीक है, क्योंकि भारतीय जनता पार्टी चों भी जदों कांग्रेस गए इसे कमिटमेंट नाल गए सी कि उत्थे डिप्टी सीएम बनाउणा, उन्होंने बनाया नहीं। हुण उन्होंने लग रहा सी कि मैनूं कुछ नहीं देना, हुण उन्होंने दबका मार लिया उन्होंने ते सोनिया गांधी मैडम डर गए ਤੇ ਉਹ ਉਹਨਾਂ ਨੇ ਉਹਨਾਂ ਨੂੰ ਪ੍ਰਧਾਨ ਬਣਾਤਾ। ਦੇਖੋ ਤੁਸੀਂ ਕੀ ਸਮਝਦੇ ਹੋ ਜਿਹੜਾ ਕਿਸਾਨਾਂ ਦਾ ਵਿਰੋਧ ਹੈ ਪੰਜਾਬ ਦੇ ਵਿੱਚ ਬਿਲਕੁਲ ਬੀਜੇਪੀ ਨੂੰ ਨਹੀਂ ਝੇਲਣਾ ਪੈ ਰਿਹਾ? ਨਹੀਂ, ਇਸ ਤਰ੍ਹਾਂ ਹੈਗਾ ਕਿ ਜਿਹੜਾ ਇਹ ਅੰਦੋਲਨ ਹੈ ਇਹ ਪ੍ਰਯੋਜਿਤ ਅੰਦੋਲਨ ਹੈ। ਇਹਦੇ ਤੇ ਬਕਾਇਦਾ ਬੜੇ ਸੰਯੋਜਿਤ ਢੰਗ ਦੇ ਨਾਲ ਕੁਝ ਜਥੇਬੰਦੀਆਂ, ਕੁਝ ਕਮਿਊਨਿਸਟ ਲੋਕ ਜਿਹੜੇ ਨੇ ਉਹ ਲੱਗੇ ਹੋਏ ਨੇ। D4 न्यूज़ देख रहे तमाम दोस्तों को दीपक भंडारी का नमस्कार। आज हम बात करेंगे भाजपा के जो प्रदेश महासचिव हैं जीवन गुप्ता के साथ। वे आज विशेष तौर पर अमृतसर आए थे, कार्यकारिणी की बैठक हुई है और 2022 के विधानसभा चुनावों को लेकर भाजपा की ओर से तैयारियां की जा रही हैं। हालांकि भाजपा को देश भर में किसानों का विरोध झेलना पड़ रहा है। जीवन जी नमस्कार। नमस्कार जी। जीवन जी, कार्यकारिणी की बैठक हुई है, तुसीं 117 सीटां लड़न का दावा कर रहे हो, पर सच तो है कि बीजेपी के जोड़े लीडर हैं उन्होंने घरों बाहर नहीं निकलना दिता जा रहा। जिथे जा रहे हैं किसान उन्होंने विरोध कर रहे हैं। मैं घर तो बाहर है जी, अज मैं बहुत पुलिस लगी है जी। नहीं, देखो ये उन्होंने काम है, मैं किसी को नहीं कहा कि पुलिस लाओ या ना लाओ। मैं अपना काम करने वास्ते लुधियाने तो इत्थे तुहाडे शहर च आया श्री अमृतसर साहिब के अंदर और अपनी मीटिंग कर रहे हैं। तो इस करके तो तुसीं गल कह ही नहीं सकते कि घरों नहीं निकल रहे, घरों तो निकले हुए हैं असीं। देखो ਤੁਸੀਂ ਕੀ ਸਮਝਦੇ ਹੋ ਜਿਹੜਾ ਕਿਸਾਨਾਂ ਦਾ ਵਿਰੋਧ ਹੈ ਪੰਜਾਬ ਦੇ ਵਿੱਚ ਬਿਲਕੁਲ ਬੀਜੇਪੀ ਨੂੰ ਨਹੀਂ ਝੇਲਣਾ ਪੈ ਰਿਹਾ? ਨਹੀਂ, ਇਸ ਤਰ੍ਹਾਂ ਹੈਗਾ ਕਿ ਜਿਹੜਾ ਇਹ ਅੰਦੋਲਨ ਹੈ ਇਹ ਪ੍ਰਯੋਜਿਤ ਅੰਦੋਲਨ ਹੈ। ਇਹਦੇ ਤੇ ਬਕਾਇਦਾ ਬੜੇ ਸੰਯੋਜਿਤ ਢੰਗ ਦੇ ਨਾਲ ਕੁਝ ਜਥੇਬੰਦੀਆਂ, ਕੁਝ ਕਮਿਊਨਿਸਟ ਲੋਕ ਜਿਹੜੇ ਨੇ ਉਹ ਲੱਗੇ ਹੋਏ ਨੇ। ਤੁਸੀਂ ਕਹਿ ਰਹੇ ਹੋ ਕਿ ਜਦ ਕਿ ਪਹਿਲੀ ਵਾਰੀ ਦੇਸ਼ ਦੇ ਇਤਿਹਾਸ 'ਚ ਹੋਇਆ ਸੰਸਦ ਦੇ ਪੈਰਲਲ ਸੰਸਦ ਚੱਲ ਰਹੀ ਹੈ ਦਿੱਲੀ 'ਚ। ਨਹੀਂ, ਐਸਾ ਹੈ ਕਿ ਸੰਸਦ ਦੇ ਪੈਰਲਲ ਕੋਈ ਸੰਸਦ ਨਹੀਂ ਚੱਲ ਰਹੀ। ਤੁਸੀਂ ਆਪਣੀ ਗੱਲ ਨੂੰ ਕਰੈਕਟ ਕਰੋ। ਉੱਥੇ ਗਏ ਨੇ, ਉਹਨਾਂ ਨੇ ਆਪਣੀਆਂ ਵਿਚਾਰਾਂ ਰੱਖਣ ਵਾਸਤੇ ਸਰਕਾਰ ਨੇ ਉਹਨਾਂ ਨੂੰ ਕਿਹਾ ਕਿ ਆ ਜਾਓ, ਤੁਸੀਂ ਜਿੱਥੇ ਜੋ ਕਰਨਾ ਕਰ ਲਓ। ਉਹ ਆਪਣੀ ਗੱਲ ਰੱਖ ਰਹੇ ਨੇ। ਗੱਲ ਰੱਖਣ ਦਾ ਅਧਿਕਾਰ ਹੈ ਇਸ ਦੇਸ਼ 'ਚ, ਉਹਨਾਂ ਨੂੰ ਵੀ ਅਧਿਕਾਰ ਹੈ। ਜੋ ਅਧਿਕਾਰ ਜਿਸ ਸੰਵਿਧਾਨ ਨੇ ਉਹਨਾਂ ਨੂੰ ਦਿੱਤਾ, ਸਾਨੂੰ ਵੀ ਦਿੱਤਾ। ਸਾਨੂੰ ਇੱਕ ਭੰਡਾਰੀ ਜੀ ਮੇਰੀ ਗੱਲ ਨੂੰ ਪੂਰਾ ਹੋਣ ਦਿਓ ਕਿ ਸਾਨੂੰ ਆਪਣੀ ਗੱਲ ਕਰਨ ਤੋਂ ਕਿਉਂ ਰੋਕਿਆ ਜਾ ਰਿਹਾ ਹੈ? ਤੁਹਾਡੇ ਕਹਿਣ ਮੁਤਾਬਕ ਇਹ ਜਿਹੜੇ ਘਟਨਾਕ੍ਰਮ ਹੋ ਰਹੇ ਨੇ ਪੰਜਾਬ ਦੇ ਅੰਦਰ ਵੀ, ਇਹ ਸਾਡੇ ਰਾਜਪੁਰਾ ਦੇ ਅੰਦਰ ਕਾਰਿਆਕਰਤਾ ਨੂੰ ਪੂਰੀ ਰਾਤ ਬੰਦੀ ਬਣਾ ਕੇ ਰੱਖਿਆ ਗਿਆ, ਜਾਂ ਹਰਜੀਤ ਸਿੰਘ ਗਰੇਵਾਲ ਦੀ ਫਸਲ ਬਾਤੀ, ਜਾਂ ਸਾਡੇ ਸੂਬਾ ਪ੍ਰਧਾਨ ਤੇ ਜਾਂ ਬਾਕੀ ਲੀਡਰਸ਼ਿਪ ਤੇ ਬਾਰ-ਬਾਰ ਹਮਲੇ ਹੋ ਰਹੇ ਨੇ। ਚੰਡੀਗੜ੍ਹ ਦੇ ਵਿੱਚ ਵੀ ਇਹ ਕੀਤਾ। ਸੋ ਮੈਂ ਇਹ ਕਹਿ ਰਿਹਾ ਕਿ ਇਹ ਕਿੱਥੋਂ ਦਾ ਅੰਦੋਲਨ, ਕਿਹੜਾ ਅੰਦੋਲਨ ਹੈ, ਕਿਹੜੇ ਪਾਸੇ ਨੂੰ ਪੰਜਾਬ ਜਾ ਰਿਹਾ ਹੈ? 7.5 ਮਹੀਨੇ ਤੋਂ ਪੰਜਾਬ ਕਿਸਾਨ ਬੈਠੇ ਹੋਏ हैं, ਸਰਕਾਰ ਗੱਲ ਨਹੀਂ ਸੁਣ ਰਹੀ। ਮੋਦੀ ਸਾਹਿਬ ਨੂੰ ਇੱਕ ਵਾਰੀ ਦੇਖੋ, ਦੇਸ਼ ਦੇ ਪ੍ਰਧਾਨ ਮੰਤਰੀ ਹੈ, ਉਹਨਾਂ ਦੀ ਗੱਲ ਤਾਂ ਸੁਣਨਾ ਆਉਣਾ ਚਾਹੀਦਾ ਸੀ ਇੱਕ ਵਾਰੀ। ਨਹੀਂ, ਮੈਨੂੰ ਤੁਸੀਂ ਦੱਸੋ ਵੀ ਤੁਸੀਂ ਲਓ, ਤੁਸੀਂ ਮਧਿਅਸਥਤਾ ਕਰ ਲਓ, ਤੁਸੀਂ ਦੱਸੋ ਵੀ ਕਿਸ ਤਰ੍ਹਾਂ ਗੱਲ ਸੁਣਨੀ ਹੈ ਉਹਨਾਂ ਦੀ। 11-12 ਰਾਊਂਡ ਦੀ ਮੀਟਿੰਗ ਹੋ ਚੁੱਕੀ ਹੈ। ਸਾਡੇ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਸ਼੍ਰੀਮਾਨ ਨਰਿੰਦਰ ਸਿੰਘ ਤੋਮਰ ਜੀ, ਸਾਡੇ ਇੰਡਸਟਰੀ ਮਿਨਿਸਟਰ ਸੀਗੇ ਉਸ ਸਮੇਂ ਦੇ ਸ਼੍ਰੀਮਾਨ ਪੀਯੂਸ਼ ਗੋਇਲ ਜੀ, ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਸੋਮ ਪ੍ਰਕਾਸ਼ ਜੀ। ਇਹ ਤਿੰਨੋਂ ਲੋਕ ਲਗਾਤਾਰ 12 ਰਾਊਂਡ ਦੀ ਮੀਟਿੰਗ ਨਾਲ ਉਹਨਾਂ ਨਾਲ ਬੈਠੇ ਹੈ। ਤੇ ਇੱਥੇ ਕਿੱਥੇ ਆ ਗਈ ਕਿ ਉਹਨਾਂ ਦੀ ਗੱਲ ਨਹੀਂ ਸੁਣ ਰਹੇ? ਕੋਈ ਫੈਸਲਾ ਨਹੀਂ ਹੋਇਆ। ਨਹੀਂ, ਫੈਸਲਾ ਤਾਂ ਹੁਣ ਇੱਕੋ ਗੱਲ ਤੇ ਅੜੇ ਹੋਣੇ ਜੀ, ਕਾਨੂੰਨ ਵਾਪਸ ਲਾਓ। ਕਾਨੂੰਨ ਵਾਪਸ ਲੈਣ ਤੋਂ ਜਿਨ੍ਹਾਂ ਦੀ ਗੁਪਤਾ ਜੀ ਲਿਆਏ ਗਏ ਕਾਨੂੰਨ ਉਹਨਾਂ ਨੂੰ ਨਹੀਂ ਪਸੰਦ ਤੇ ਫਿਰ ਵਾਪਸ ਲੈ ਲੈਣੇ ਚਾਹੀਦੇ। ਨਹੀਂ, ਐਸਾ ਹੁੰਦਾ ਹੈ ਕਿ ਇਹ ਕੇਵਲ ਆ ਪੰਜਾਬ ਜਾਂ ਹਰਿਆਣਾ ਦੇ ਕਿਸਾਨਾਂ ਨੂੰ ਧਿਆਨ 'ਚ ਰੱਖ ਕੇ ਕਾਨੂੰਨ ਨਹੀਂ ਬਣੇ ਹੈਗੇ। ਕਾਨੂੰਨ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਧਿਆਨ 'ਚ ਰੱਖ ਕੇ ਬਣਾਏ ਗਏ ਨੇ। ਸੋ ਇਸ ਕਰਕੇ ਮੈਕਸਿਮਮ ਕੰਟਰੀਬਿਊਸ਼ਨ ਤਾਂ ਇਹਨਾਂ ਦਾ ਜੀ, ਪੰਜਾਬ, ਹਰਿਆਣਾ ਤੇ ਵੈਸਟਰਨ ਯੂਪੀ ਦਾ ਜੀ। ਐਸਾ ਕੁਝ ਨਹੀਂ। ਕਿਆ ਤੁਹਾਡਾ ਕਹਿਣਾ ਹੈ ਕਿ ਪੂਰੇ ਹਿੰਦੁਸਤਾਨ 'ਚ ਕਿਤੇ ਹੋਰ ਫਸਲ ਨਹੀਂ ਹੁੰਦੀ? ਮੈਕਸਿਮਮ ਕੰਟਰੀਬਿਊਸ਼ਨ ਦੀ ਗੱਲ ਕੀਤੀ ਹੈ ਕਿ ਇਹ 'ਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਪਹਿਲਾਂ ਵੀ ਸੀਗੀ ਔਰ ਹੁਣ ਵੀ ਹੈਗੀ ਹੈ। ਹਰਿਆਣਾ ਦੀ ਵੀ ਕੰਟਰੀਬਿਊਸ਼ਨ ਕਾਫੀ ਹੈ। ਪਰ ਜਦੋਂ ਉਹਨਾਂ ਸਾਰੀਆਂ ਜਿਹੜੀਆਂ ਉਹਨਾਂ ਦੇ ਦਿਮਾਗ 'ਚ ਗਲਤਫਹਿਮੀਆਂ ਕਿਸਾਨ ਜਥੇਬੰਦੀਆਂ ਦੇ ਸੀਗੀਆਂ, ਉਹਨੂੰ ਕੇਂਦਰ ਸਰਕਾਰ ਨੇ ਕਲੀਅਰ ਕਰਤਾ ਕਿ ਜੋ ਤੁਸੀਂ ਲਿਖ ਕੇ ਲੈਣਾ ਲਿਖ ਕੇ ਲੈ ਲਓ, ਜੋ ਤੁਸੀਂ ਜਿੱਥੇ ਤੁਹਾਨੂੰ ਖਦਸ਼ਾ ਉਹਨੂੰ ਅਸੀਂ ਤੁਹਾਨੂੰ ਕਲੀਅਰ ਕਰਨ ਨੂੰ ਤਿਆਰ ਹੈ। ਤੇ ਫਿਰ ਕੀ ਰਹਿ ਗਿਆ? जीवन जी देखो तुहाडे मंत्री सीगे बीजेपी के जिन्होंने पार्टी चों कढ़ता गया सिर्फ इस करके अनिल जोशी नूं, क्योंकि उन्होंने किसानों के हक च गल की। उन्होंने ये भी कहा कि जो बीजेपी की जी मौजूदा जी पंजाब की जी लीडरशिप है वो पंजाब की किसानों की गल दिल्ली नेतृत्व के अगे रखन च
ਅਸક્ષਮ ਰਹੀ ਹੈ। ਉਹਨਾਂ ਨੂੰ ਸਿਰਫ ਆਪਣੀਆਂ ਸੀਟਾਂ ਦੀ ਜਾਂ ਆਪਣੀਆਂ ਕੁਰਸੀਆਂ ਦੀ ਪਰਵਾਹ ਹੈ, ਜਨਤਾ ਦੀ, ਕਿਸਾਨਾਂ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਮੈਂ ਭੰਡਾਰੀ ਜੀ ਤੁਹਾਨੂੰ ਮੇਰਾ ਇੱਕ ਸਵਾਲ ਇਹ ਹੈਗਾ, ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ ਵੀ ਉਹਨਾਂ ਨੇ ਕਿਸਾਨਾਂ ਦੇ ਹੱਕ ਦੀ ਕੀ ਗੱਲ ਕੀਤੀ ਹੈ। ਜੇ ਉਹ ਕਿਸਾਨ ਹਿਤੈਸ਼ੀ ਆਪਣੇ ਆਪ ਨੂੰ ਕਹਿੰਦੇ ਨੇ, ਉਹ ਜਦੋਂ ਭਾਰਤੀ ਜਨਤਾ ਪਾਰਟੀ 'ਚ ਸੀਗੇ ਕਿਸੇ ਨੇ ਨਹੀਂ ਰੋਕਿਆ ਸੀ, ਕਿਸੇ ਨੂੰ ਵੀ ਮਿਲ ਸਕਦੇ ਸੀ। ਉਹ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਵੀ ਮਿਲ ਸਕਦੇ ਸੀ, ਉਹ ਮਾਨਯੋਗ ਖੇਤੀਬਾੜੀ ਮੰਤਰੀ ਜੀ ਨੂੰ ਵੀ ਮਿਲ ਸਕਦੇ ਸੀ, ਉਹ ਮਾਨਯੋਗ ਸਾਡੇ ਅਮਿਤ ਸ਼ਾਹ ਜੀ ਨੂੰ ਵੀ ਮਿਲ ਸਕਦੇ ਸੀ, ਸਾਡੇ ਰਾਸ਼ਟਰੀ ਅਧਿਕਸ਼ ਜੀ ਨੂੰ ਸ਼੍ਰੀਮਾਨ ਨੱਡਾ ਜੀ ਨੂੰ ਵੀ ਮਿਲ ਸਕਦੇ ਸੀ। ਕਿਸੇ ਨੇ ਮਨਾ ਨਹੀਂ ਕੀਤਾ ਸੀ, ਦਰਵਾਜ਼ੇ ਸਭ ਦੇ ਖੁੱਲ੍ਹੇ ਸੀਗੇ। ਉਹ ਕਿਤੇ ਵੀ ਜਾ ਕੇ ਗੱਲ ਰੱਖ ਸਕਦੇ ਸੀ, ਉਹ ਕਿਤੇ ਵੀ ਜਾ ਕੇ ਗੱਲ ਕਰ ਸਕਦੇ। ਮੇਰੀ ਗੱਲ ਨੂੰ ਪੂਰਨ ਹੋਣ ਦਿਓ। ਆਪਾਂ ਕੇਵਲ ਮੀਡੀਆ ਦੇ ਵਿੱਚ ਮਾਈਲੇਜ ਲੈਣ ਵਾਸਤੇ ਅੱਜ ਕਿਸਾਨ ਅੰਦੋਲਨ ਦੇ ਨੂੰ ਢਾਲ ਬਣਾ ਕੇ ਅਸੀਂ ਇਹ ਗੱਲ ਕਰੀਏ ਕਿ ਜੀ ਅਸੀਂ ਕਿਸਾਨਾਂ ਦੇ ਹਿੱਤ ਦੀ ਗੱਲ ਕਰ ਰਹੇ ਹਾਂ, ਤੇ ਇਹਦੇ ਨਾਲ ਪੰਜਾਬ ਦੇ ਲੋਕ ਜਿਹੜੇ ਆ ਉਹ ਕੋਈ ਬੁੱਧੂ ਨਹੀਂ ਹੈਗੇ। ਉਹਨਾਂ ਨੂੰ ਸਭ ਪਤਾ ਹੈਗਾ ਕਿ ਕੇਵਲ ਅੱਜ ਪੋਲੀਟੀਕਲ ਮਾਈਲੇਜ ਲੈਣ ਵਾਸਤੇ ਕਿ ਜੀ ਸ਼ਾਇਦ ਅੱਜ ਸਮਾਂ ਉੱਦਾਂ ਦਾ ਚੱਲਦਾ ਕਿ ਜੀ ਥੋੜ੍ਹੇ ਸਾਨੂੰ MLA ਬਣਾ ਦੇਣਾ ਉਹਨਾਂ ਨੇ। ਇਸ ਕਰਕੇ ਇਹ ਗੱਲ ਸੋਚਣ ਦੀ ਹੈਗੀ ਹੈ ਕਿ ਸਾਡਾ ਪਿਛੋਕੜ ਕੀ ਹੈ, ਅਸੀਂ ਪਿਛਲੇ 1.5 ਸਾਲ 2 ਸਾਲ ਤੋਂ ਕੀਤਾ ਕੀ ਹੈਗਾ। ਇਹ ਗੱਲ ਥੋੜ੍ਹੀ ਜਿਹੀ ਵਿਚਾਰ ਕਰਨ ਵਾਲੀ। ਸਰ, ਕਿਸ ਤਰ੍ਹਾਂ ਦਾ ਪੋਲੀਟੀਕਲ ਮਾਈਲੇਜ ਉਹ ਲੈਣਾ ਚਾਹੁੰਦੇ ਸੀ ਜਿਹੜਾ ਉਹਨਾਂ ਨੂੰ ਬੀਜੇਪੀ ਦੇ ਖਿਲਾਫ ਹੀ ਆਵਾਜ਼ ਚੁੱਕਣੀ ਪਈ ਕਿਸਾਨਾਂ ਦੇ ਹੱਕ 'ਚ? ਨਹੀਂ, ਦੇਖੋ ਐਸਾ ਹੈ ਕਿ ਮੈਂ ਪਿਛਲੀ ਵਾਰੀ ਵੀ ਤੁਹਾਡੇ ਨਾਲ ਗੱਲ ਕਰਦੇ ਹੋਏ ਗੱਲ ਕਹੀ ਸੀ ਵੀ ਅਗਰ ਉਹਨਾਂ ਕੋਲ ਕਿਸਾਨ ਅੰਦੋਲਨ ਨੂੰ ਖਤਮ ਕਰਨ ਵਾਸਤੇ ਕੋਈ ਅੱਛੀ ਪਲੈਨਿੰਗ ਹੈ, ਜਦੋਂ ਪਾਰਟੀ 'ਚ ਸੀਗੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਉਹਨਾਂ ਨੂੰ ਪਾਰਟੀ ਪਲੇਟਫਾਰਮ 'ਤੇ ਉਹ ਰੱਖਣਾ ਚਾਹੀਦਾ। ਉਹ ਕਿਸੇ ਨੂੰ ਵੀ ਦੇਣ। ਉਹਨਾਂ ਨੂੰ ਲੱਗਦਾ ਕਿ ਸੂਬਾ ਲੀਡਰਸ਼ਿਪ ਉਹਨਾਂ ਦੀ ਗੱਲ ਨੂੰ ਨਹੀਂ ਸੁਣ ਰਹੀ, ਤੇ ਇੱਥੇ ਸਾਡੇ ਪ੍ਰਭਾਰੀ ਮਾਨਯੋਗ ਸਦਾਨ ਸਿੰਘ ਜੀ ਚੰਡੀਗੜ੍ਹ ਦੇ ਅੰਦਰ ਬੈਠੇ ਨੇ। ਇੱਥੇ ਮਾਨਯੋਗ ਦੁਸ਼ਯੰਤ ਜੀ ਜਿਹੜੇ ਨੇ ਉਹ ਰੈਗੂਲਰ ਚੰਡੀਗੜ੍ਹ ਦੇ ਵਿੱਚ ਜਾਂ ਪਾਰਟੀ ਦੇ ਲੋਕਾਂ ਦੇ ਵਿੱਚ ਵਿਚਰਦੇ ਰਹਿੰਦੇ ਨੇ। ਜੇ ਇੱਥੋਂ ਵੀ ਨਹੀਂ ਲੱਗਦਾ ਤੇ ਇਸ ਤੋਂ ਉੱਪਰ ਵੀ ਦਿੱਲੀ ਦੇ ਵਿੱਚ ਜਦੋਂ ਮਰਜ਼ੀ ਜਾ ਸਕਦੇ ਨੇ। ਉਹਨਾਂ ਨੂੰ ਕਿਹੜਾ ਰਾਹ ਨਹੀਂ ਪਤਾ। ਉਹ ਅੱਛੀ ਪਲੈਨਿੰਗ ਲੈ ਕੇ ਕਿਸਾਨਾਂ ਵਾਸਤੇ ਜਾਣ ਤੇ ਮੁੱਕ ਜਾਏਗਾ ਜੀ ਕੰਮ। ਜੇ ਸਾਡੇ ਕੋਲ ਨਹੀਂ ਹੈਗਾ ਤਾਂ ਉਹ ਦੱਸ ਦੇਣ ਨਾ। ਜੀ ਦੇਖੋ, KD ਭੰਡਾਰੀ ਨੇ ਵੀ ਕਿਹਾ ਜਲਦਬਾਜ਼ੀ ਹੋਈ ਹੈ ਜੋਸ਼ੀ ਦੇ ਨਿਸ਼ਕਾਸਨ ਤੇ। ਮਾਸਟਰ ਮੋਹਨ ਲਾਲ ਜੀ ਨੇ ਵੀ ਕਿਹਾ ਵੀ ਜਲਦਬਾਜ਼ੀ ਹੋਈ ਹੈ ਨਿਸ਼ਕਾਸਨ ਤੇ। ਕਿਆ ਅਨਿਲ ਜੋਸ਼ੀ ਨੂੰ ਟਾਰਗੇਟ ਕੀਤਾ ਗਿਆ ਹੈ? ਨਹੀਂ, ਕੋਈ ਕਿਸੇ ਨੂੰ ਟਾਰਗੇਟ ਨਹੀਂ ਕੀਤਾ ਗਿਆ। ਮੈਂ ਇਹ ਗੱਲ ਬੜੀ ਉਹਦੇ ਨਾਲ ਤੁਹਾਨੂੰ ਕਹਿਣਾ ਚਾਹੁੰਦਾ ਕਿ ਕਿਸੇ ਵੀ ਪਾਰਟੀ ਕਿਸੇ ਕਾਰਿਆਕਰਤਾ ਨੂੰ ਕੱਢਣ 'ਚ ਵਿਸ਼ਵਾਸ ਨਹੀਂ ਰੱਖਦੀ। ਜਿੱਦਣ ਜੋਸ਼ੀ ਸਾਹਿਬ ਦੇ ਵਿਰੁੱਧ ਨਿਰਣੈ ਲਿੱਤਾ ਗਿਆ ਹੋਏਗਾ ਤੇ ਹੋ ਸਕਦਾ ਹੈ ਪਾਰਟੀ ਦੀ ਲੀਡਰਸ਼ਿਪ ਦੇ ਬੜਾ ਵਿਚਾਰ ਕੀਤਾ ਹੋਣਾ, ਸਭ ਗੱਲ ਕੀਤੀ ਹੋਣੀ। ਪਰਸਨਲੀ ਤੌਰ ਤੇ ਮੈਨੂੰ ਵੀ ਬੜਾ ਇਸ ਗੱਲ ਦਾ ਦੁੱਖ ਹੋਇਆ ਕਿ ਉਹਨਾਂ ਨੂੰ ਜਾਣਾ ਨਹੀਂ ਚਾਹੀਦਾ ਸੀ, ਕੱਢਣਾ ਨਹੀਂ ਚਾਹੀਦਾ ਸੀ। ਪਰ ਕੁਝ ਚੀਜ਼ਾਂ ਦੀ ਇੱਕ ਲਿਮਿਟੇਸ਼ਨ ਹੁੰਦੀ ਹੈ। ਪਾਰਟੀਆਂ ਇਹਦੇ ਵਿਚਾਰ ਕਰਦੀਆਂ, ਪਾਰਟੀਆਂ ਇਹਦੇ ਤੇ ਸਮੂਹਿਕ ਤੌਰ ਤੇ ਸਾਡੀ ਪਾਰਟੀ ਅੱਗੇ ਵਧਦੀ ਹੈਗੀ ਹੈ। ਸੋ ਇਹ ਕੋਈ ਐਸਾ ਨਹੀਂ ਕਿ ਇਹ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਕਹਿਣ 'ਤੇ ਨਿਰਣੇ ਹੋ ਗਿਆ। ਇਹ ਜਿੰਨੀਆਂ ਵੀ ਪਿਛਲੇ ਸਮੇਂ ਦੌਰਾਨ ਘਟਨਾਵਾਂ ਉਹਨਾਂ ਨੇ ਜੋ ਗੱਲਾਂ ਕਹੀਆਂ ਮੀਡੀਆ ਦੇ ਵਿੱਚ ਜਾਂ ਘਟਨਾਵਾਂ ਹੋਈਆਂ, ਉਹ ਸਾਰੀਆਂ ਕੇਂਦਰ ਦੀ ਲੀਡਰਸ਼ਿਪ ਦੇ ਧਿਆਨ 'ਚ ਲਿਆਂਦੀਆਂ ਔਰ ਉਹ ਤੋਂ ਬਾਅਦ ਸਮੂਹਿਕ ਫੈਸਲਾ ਹੁੰਦਾ ਹੈ ਔਰ ਸਮੂਹਿਕ ਫੈਸਲੇ ਦੇ ਦੌਰਾਨ ਹੀ ਉਹਨਾਂ 'ਤੇ ਇਹ ਐਕਸ਼ਨ ਹੋਇਆ ਹੈਗਾ। ਪਾਰਟੀ ਕਦੇ ਨਹੀਂ ਕੱਢਣਾ ਚਾਹੁੰਦੀ ਕਿਸੇ ਨੂੰ। ਗੁਪਤਾ ਜੀ, ਤੁਹਾਡਾ ਇਹ ਕਹਿਣਾ ਹੈ, ਜਿਵੇਂ ਤੁਸੀਂ ਉਹਨੇ ਵੀ ਕਿਹਾ ਕਿ ਇੰਡਸਟਰੀ ਮਿਨਿਸਟਰ ਸੀਗੇ, ਉਹਨਾਂ ਨੇ ਉਹ ਕੰਮ ਨਹੀਂ ਕੀਤਾ, ਉਹਨਾਂ ਨੂੰ ਬਹੁਤ ਵੱਡਾ ਪਲੇਟਫਾਰਮ ਮਿਲਿਆ ਸੀ। ਕਿਆ ਤੁਹਾਡਾ ਇਹ ਕਹਿਣਾ ਕਿ ਉਹ ਐਜ਼ ਏ ਮੰਤਰੀ ਨਾਨ ਪਰਫਾਰਮਰ ਰਹੇ ਨੇ ਤੇ ਬੀਜੇਪੀ ਨੂੰ ਉਹਦਾ ਨੁਕਸਾਨ ਹੋਇਆ? ਦੇਖੋ, ਕੁਝ ਕਮੀਆਂ ਰਹੀਆਂ ਤੇ ਇਸੇ ਕਰਕੇ ਉਹ ਵੀ ਆਪ ਖੁਦ ਨਹੀਂ ਜਿੱਤ ਸਕੇ। ਇਸ ਕਰਕੇ ਪਾਰਟੀ ਵੀ ਪੂਰੇ ਪੰਜਾਬ 'ਚ ਹਾਰੀ ਹੈ। ਉਹਨਾਂ ਕੋਲ ਤਾਂ ਵੱਡਾ ਮਹਿਕਮਾ ਸੀ, ਸ਼ਹਿਰੀ ਮਹਿਕਮਾ ਸੀ, ਜਿਹਦੀ ਪਰਫਾਰਮੈਂਸ ਦੇ ਆਧਾਰ 'ਤੇ ਅਸੀਂ ਤਾਂ ਪਹਿਲਾਂ 23 ਸੀਟਾਂ ਉਹੀ ਲੜਦੇ ਸੀ ਜਿਹਦੇ 'ਤੇ ਜ਼ਿਆਦਾਤਰ ਕਿਹਾ ਜਾਂਦਾ ਸੀ ਕਿ ਸ਼ਹਿਰੀ ਸੀਟਾਂ ਨੇ। ਸੋ ਇਸ ਕਰਕੇ ਇਹ ਇੱਕ ਵੱਡਾ ਫੈਕਟਰ ਸੀਗਾ ਕਿ ਜਿਨ੍ਹਾਂ ਕੋਲੇ ਇਸ ਤਰ੍ਹਾਂ ਦੇ ਡਿਪਾਰਟਮੈਂਟ ਰਹੇ ਨੇ ਉਹਨਾਂ ਦੀ ਪਰਫਾਰਮੈਂਸ 'ਚ ਕੁਛ ਨਾ ਕੁਛ ਕਮੀ ਰਹੀ ਹੋਣੀ ਹੈ। ਉਹ ਖੁਦ ਵੀ ਹਾਰੇ, ਪਾਰਟੀ ਵੀ ਹਾਰੀ। ਤੁਹਾਨੂੰ ਲੱਗਦਾ ਵੀ ਬੀਜੇਪੀ ਨੇ ਦਲਿਤ ਕਾਰਡ ਖੇਡਿਆ ਕਿ ਵੀ ਜੇ ਬੀਜੇਪੀ ਦੀ ਸਰਕਾਰ ਪੰਜਾਬ 'ਚ ਆਉਂਦੀ ਹੈ ਤੇ ਦਲਿਤ ਮੁੱਖ ਮੰਤਰੀ ਹੋਏਗਾ? ਧਰਮ ਦੇ ਨਾਮ ਤੇ ਰਾਜਨੀਤੀ ਪੰਜਾਬ ਦੀ ਨਹੀਂ ਗੱਲ ਕਰੀਏ, ਦੇਸ਼ ਦੀ ਗੱਲ ਕਰੀਏ, ਕਿੰਨਾ ਚਿਰ ਚੱਲਦੀ ਰਹੇਗੀ? ਦੇਖੋ, ਅਸੀਂ ਬਿਲਕੁਲ ਇਸ ਗੱਲ ਦੇ ਹਾਮੀ ਨਹੀਂ ਹੈਗੇ। ਸਾਡੇ ਵੱਲੋਂ ਜੇ ਕਿਸੇ ਕਾਰਿਆਕਰਤਾ ਨੇ ਗੱਲ ਕਹੀ ਵੀ ਹੈ ਤੇ ਉਹਦੇ ਵਿੱਚ ਬੜਾ ਸਪਸ਼ਟ ਕਿਹਾ ਵੀ ਦਲਿਤ ਸਮਾਜ ਦਾ ਮੁੱਖ ਮੰਤਰੀ ਵੀ ਪੰਜਾਬ ਦਾ ਕਿਉਂ ਨਹੀਂ ਹੋ ਸਕਦਾ। ਉਹ ਵੀ ਹੋ ਸਕਦਾ ਹੈ। ਅੱਜ ਪੰਜਾਬ ਦੇ ਅੰਦਰ 34% ਦਲਿਤ ਸਮਾਜ ਹੈ ਔਰ ਪਿਛਲੇ ਦਿਨੀ ਜਿਹੜੀਆਂ ਘਟਨਾਵਾਂ ਹੋਈਆਂ ਪੰਜਾਬ ਸਰਕਾਰ ਦੇ ਮਾਧਿਅਮ ਦੇ ਨਾਲ, ਚਾਹੇ ਉਹ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਹੋਈਆਂ, ਉਹਦੇ ਵਿੱਚ ਬਹੁਤਾਤ ਦਲਿਤ ਸਮਾਜ ਸੀ। ਚਾਹੇ ਦਲਿਤ ਬੱਚੇ ਦੇ ਮੂੰਹ 'ਚ ਪਿਸ਼ਾਬ ਪਾਉਣ ਦੀ ਘਟਨਾ ਹੋਈ ਹੋਵੇ, 3-4 ਬੱਚੀਆਂ ਦੇ ਨਾਲ ਰੇਪ ਹੋ ਗਿਆ, ਉਸ ਤੋਂ ਬਾਅਦ ਉਹਨਾਂ ਦੀ ਹੱਤਿਆ ਕਰਤੀ ਗਈ ਹੋਵੇ। ਔਰ ਜਿਸ ਢੰਗ ਨਾਲ ਸਮੇਂ ਦੇ ਨਾਲ ਅੱਜ ਪਿੰਡਾਂ ਦੇ ਅੰਦਰ ਕਿੱਦਾਂ ਦੀ ਵਿਵਸਥਾ ਹੈ, 2-2 ਗੁਰਦੁਆਰੇ ਹੋ ਗਏ, 2-2 ਸ਼ਮਸ਼ਾਨ ਘਾਟ ਹੋ ਗਏ। ਕਿਆ ਇੱਦਾਂ ਦਾ ਪੰਜਾਬ ਦੀ ਕਲਪਨਾ ਭਾਰਤੀ ਜਨਤਾ ਪਾਰਟੀ ਨਹੀਂ ਕਰਦੀ।
ਭਾਰਤੀ ਜਨਤਾ ਪਾਰਟੀ ਮੇਰਾ ਸਵਾਲ ਇਹ ਸੀ ਸਰ, ਧਰਮ ਦੇ ਨਾਮ ਤੇ ਕਿੰਨਾ ਚਿਰ ਰਾਜਨੀਤੀ ਹੁੰਦੀ ਰਹੇਗੀ? ਅਸੀਂ ਕੋਈ ਬਿਲਕੁਲ ਧਰਮ ਦੇ ਨਾਂ ਤੇ ਰਾਜਨੀਤੀ ਨਹੀਂ ਕੀਤੀ। ਜੋ ਪਾਰਟੀ ਨੇ ਕਿਹਾ ਮੈਂ ਤੁਹਾਨੂੰ ਉਹ ਦੱਸ ਰਿਹਾ। ਅਸੀਂ ਤਾਂ ਬਲਕਿ ਜਦੋਂ ਇਦਾਂ ਦੀਆਂ ਘੋਸ਼ਣਾਵਾਂ ਹੁੰਦੀਆਂ ਕਿ ਅੱਜ ਕਾਂਗਰਸ ਨੂੰ ਵੀ ਪ੍ਰਧਾਨ ਦੇ ਨਾਲ 4 ਕਾਰਜਕਾਰਨੀ ਜਾਤੀ ਆਧਾਰਿਤ ਕਾਰਜਕਾਰਨੀ ਪ੍ਰਧਾਨ ਲਾਣੇ ਪਏ। ਅੱਜ ਅਕਾਲੀ ਦਲ ਨੂੰ ਵੀ ਕਹਿਣਾ ਪੈ ਰਿਹਾ ਕਿ ਜੀ ਹਿੰਦੂ ਔਰ ਦਲਿਤ ਉਪ ਮੁੱਖ ਮੰਤਰੀ ਬਣਾਵਾਂਗੇ। ਇਹ ਸਾਰੀਆਂ ਉਹ ਗੱਲਾਂ ਕਰ ਰਹੇ ਨੇ ਔਰ ਬੜੇ ਦੁੱਖ ਦੀ ਗੱਲ ਹੈ ਕਿ ਜਦੋਂ ਉਹਨਾਂ ਕੋਲ ਮੌਕਾ ਸੀ ਅਕਾਲੀ ਦਲ ਕੋਲੇ, ਮੈਂ ਤਾਂ ਇਹ ਪਿੱਛੇ ਵੀ ਕਹੀ ਗੱਲ ਹੈ ਕਿ ਭਾਈ ਜਦੋਂ ਤੁਹਾਨੂੰ ਮੌਕਾ ਸੀ, ਜਦੋਂ ਤੁਸੀਂ ਦਲਿਤ ਜਾਂ ਹਿੰਦੂ ਸਮਾਜ ਚੋਂ ਕੋਈ ਉਪ ਮੁੱਖ ਮੰਤਰੀ ਨਹੀਂ ਲਗਾਇਆ। ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਹੈ। ਤੁਹਾਨੂੰ ਕੀ ਲੱਗਦਾ ਹੈ ਵੀ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਦੇ ਨਾਲ ਪੰਜਾਬ ਦੇ ਸਾਰੇ ਮਸਲੇ ਖਤਮ ਹੋ ਜਾਣਗੇ ਜਿਹੜੇ ਉਹ ਚੁੱਕਦੇ ਰਹੇ? ਉਹਨਾਂ ਨੇ 2 ਗੱਲਾਂ ਕੀਤੀਆਂ। ਇੱਕ ਤੇ ਕਿਹਾ 2 ਪਰਿਵਾਰ ਰਾਜ ਕਰਦੇ ਪੰਜਾਬ ਦੇ ਵਿੱਚ, ਇੱਕ ਬਾਦਲ ਪਰਿਵਾਰ ਦੀ ਗੱਲ ਕੀਤੀ ਸੀ, ਇੱਕ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੀ ਗੱਲ ਕੀਤੀ ਸੀ। ਦੂਜਾ ਉਹਨਾਂ ਨੇ ਕਿਹਾ ਸੀ ਵੀ 25 ਪੈਸੇ ਤੇ 75 ਪੈਸੇ ਰੇਸ਼ੋ ਚੱਲਦੀ ਹੈ, ਜਿਹੜਾ ਸਰਕਾਰ 'ਚ ਆਂਦਾ ਉਹਦਾ 75 ਪੈਸੇ ਹਿੱਸਾ ਹੋ ਜਾਂਦਾ ਤੇ ਦੂਜੇ ਦਾ 25 ਪੈਸੇ ਹੋ ਜਾਂਦਾ। ਇਹ ਕਿੱਦਾਂ ਠੀਕ ਦੇ ਹੋ? ਸਾਰੀਆਂ ਗੱਲਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਇਹ ਉਹਨਾਂ ਕੋਲ ਕਿਸੇ ਤਰ੍ਹਾਂ ਦੇ ਕੋਈ ਤੱਥ ਹੋਣਗੇ ਜਿਹੜੀਆਂ ਉਹ ਗੱਲਾਂ ਕਰਦੇ ਰਹੇ ਨੇ। ਇਸ ਸਾਰੇ ਘਟਨਾਕ੍ਰਮ ਦੇ ਅੰਦਰ ਉਹਨਾਂ ਦਾ ਜੋ ਟਾਰਗੇਟ ਸੀ ਉਹਨਾਂ ਨੇ ਪੂਰਾ ਕਰ ਲਿਆ। ਹੁਣ ਵਾਰੀ ਸਿੱਧੂ ਸਾਹਿਬ ਦੇ ਜਵਾਬ ਦੇਣ ਦੀ ਹੈ। ਸਾਰੇ ਘਟਨਾਕ੍ਰਮ 'ਚ ਪੰਜਾਬ ਨੂੰ ਕੀ ਮਿਲਿਆ, ਪੰਜਾਬੀਆਂ ਨੂੰ ਕੀ ਮਿਲਿਆ। ਔਰ ਦੂਸਰੀ ਗੱਲ ਇਹ ਹੈ ਕਿ ਜਿੰਨੇ ਐਲੀਗੇਸ਼ਨ ਉਹਨਾਂ ਨੇ ਆਪਣੀ ਸਰਕਾਰ ਤੇ ਲਗਾਏ ਨੇ, ਕੈਪਟਨ ਅਮਰਿੰਦਰ ਸਿੰਘ ਤੇ ਲਗਾਏ ਨੇ, ਕਿਆ ਹੁਣ ਉਹ ਪੰਜਾਬ ਦੇ ਪ੍ਰਧਾਨ ਬਣ ਗਏ ਆ? ਕਿਆ ਉਹ ਮੁੱਖ ਮੰਤਰੀ ਨੂੰ ਬਦਲਣਗੇ? ਕੋਈ ਨਵਾਂ ਮੁੱਖ ਮੰਤਰੀ ਲੈ ਕੇ ਆਣਗੇ? ਕਿਆ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ? ਕਿਆ ਨੌਜਵਾਨਾਂ ਨੂੰ ਸਮਾਰਟਫੋਨ ਮਿਲੇਗਾ? ਕਿਆ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ? ਕਿਆ ਨਸ਼ਾ ਖਤਮ ਹੋ ਜਾਏਗਾ? ਰੇਤ ਮਾਫੀਆ ਖਤਮ ਹੋ ਜਾਏਗਾ? ਜਿੰਨੇ ਵੀ ਇਸ਼ੂ ਉਹਨਾਂ ਨੇ ਉਠਾਏ ਨੇ, ਜਿੰਨੇ ਵੀ ਟਵੀਟ ਤਾਂ ਪਏ ਨੇ ਸਾਰੇ, ਹੁਣ ਪੜ੍ਹ ਲੈਣਾ ਤੁਸੀਂ। ਕਿਆ ਆ 6 ਮਹੀਨੇ ਦੇ ਅੰਦਰ ਉਹ ਖਤਮ ਕਰ ਪਾਣਗੇ? ਤੁਹਾਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਸਿਰਫ ਆਪਣੇ ਅਸਤਿਤਵ ਦੀ ਲੜਾਈ ਲੜ ਰਹੇ ਸੀਗੇ? 100% ਬਿਲਕੁਲ ਠੀਕ ਹੈ, ਕਿਉਂਕਿ ਉਹ ਭਾਰਤੀ ਜਨਤਾ ਪਾਰਟੀ 'ਚ ਵੀ ਜਦੋਂ ਕਾਂਗਰਸ 'ਚ ਗਏ ਇਸੇ ਕਮਿਟਮੈਂਟ ਨਾਲ ਗਏ ਸੀ ਕਿ ਉੱਥੇ ਡਿਪਟੀ ਸੀਐਮ ਬਣਾਉਣਾ। ਉਹਨਾਂ ਨੇ ਬਣਾਇਆ ਨਹੀਂ। ਹੁਣ ਉਹਨਾਂ ਨੂੰ ਲੱਗ ਰਿਹਾ ਸੀ ਕਿ ਮੈਨੂੰ ਕੁਝ ਨਹੀਂ ਦੇਣਾ। ਹੁਣ ਉਹਨਾਂ ਨੂੰ ਦਬਕਾ ਮਾਰ ਲਿਆ ਉਹਨਾਂ ਨੇ ਤੇ ਸੋਨੀਆ ਗਾਂਧੀ ਮੈਡਮ ਡਰ ਗਏ ਤੇ ਉਹਨਾਂ ਨੇ ਪ੍ਰਧਾਨ ਬਣਾਤਾ। ਹੁਣ ਦਬਕਾ ਮਾਰਿਆ ਕਿ ਮੈਂ ਪਾਰਟੀ ਛੱਡ ਕੇ ਦੂਸਰੀ ਹੋਰ ਕਿਸੇ ਨਵੀਂ ਪਾਰਟੀ ਨੂੰ ਆਪਣੀ ਮਾਂ ਬਣਾਉਣ ਲੱਗਿਆ। ਇਹ ਤੋਂ ਡਰੇ ਨੇ ਉਹ। ਸੋ ਇਸ ਕਰਕੇ ਸਮਝਣਾ ਚਾਹੀਦਾ ਜੋ ਮਰਜ਼ੀ ਹੈ, ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਕੈਪਟਨ ਸਾਹਿਬ, ਉਹ ਵੀ ਇੱਕ ਆਪਣੇ ਆਪ 'ਚ ਸਿਆਸਤ ਦੇ ਇੰਸਟੀਚਿਊਟ ਹੈ। ਉਹਨਾਂ ਨੇ ਬੜਾ ਦੂਜੀ ਵਾਰੀ ਮੁੱਖ ਮੰਤਰੀ ਬਣੇ ਨੇ। ਸੋ ਇਹ ਸਾਰੀਆਂ ਗੱਲਾਂ ਬਗੈਰ ਸੋਚੇ ਸਮਝੇ ਤਾਂ ਹੋਈਆਂ ਨਹੀਂ ਹੈਗੀਆਂ, ਇਹ ਬੜਾ ਸੋਚ ਸਮਝ ਕੇ ਹੋਈਆਂ ਹੈਗੀਆਂ। ਲਾਸਟ ਸਵਾਲ ਹੈ ਜੀ ਮੇਰਾ, ਬੀਜੇਪੀ ਕਿਆ ਕਿਸੇ ਨਾਲ ਗਠਬੰਧਨ ਕਰਨ ਜਾ ਰਹੀ ਹੈ 2022 ਦੇ ਇਲੈਕਸ਼ਨਾਂ 'ਚ? ਨਾਲ ਹੀ ਸਵਾਲ ਹੈ ਵੀ ਬੀਜੇਪੀ ਕਿਹਨੂੰ ਸਭ ਤੋਂ ਜ਼ਿਆਦਾ ਚੁਣੌਤੀ ਮੰਨਦੀ ਹੈ, ਅਕਾਲੀ ਦਲ ਨੂੰ, ਆਮ ਆਦਮੀ ਪਾਰਟੀ ਜਾਂ ਕਾਂਗਰਸ ਨੂੰ? ਦੇਖੋ, ਭਾਰਤੀ ਜਨਤਾ ਪਾਰਟੀ 117 ਦੀਆਂ 117 ਸੀਟਾਂ ਇਕੱਲੇ ਲੜੇਗੀ। ਔਰ ਦੂਸਰੀ ਗੱਲ, ਗਠਬੰਧਨ ਨਹੀਂ ਹੋਏਗਾ। ਦੇਖੋ, ਕੋਈ ਅੱਜ ਦੀ ਡੇਟ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕਿਸੇ ਨਾਲ ਕੋਈ ਗਠਬੰਧਨ ਨਹੀਂ। ਬਾਕੀ ਇਹਦੇ ਬਾਰੇ ਪੂਰਨ ਤੌਰ ਤੇ ਸਾਡੀ ਕੇਂਦਰ ਦੀ ਲੀਡਰਸ਼ਿਪ ਹੀ ਜਵਾਬ ਦੇ ਸਕਦੀ ਹੈ। ਮੈਂ ਅਜੇ ਮਹਾਮੰਤਰੀ ਦੇ ਤੇ ਜ਼ਿਆਦਾ ਤੁਹਾਨੂੰ ਕੁਝ ਕਹਿ ਨਹੀਂ ਸਕਦਾ। ਜਿੱਥੋਂ ਤੱਕ ਰਹੀ ਗੱਲ ਕਿ ਪੰਜਾਬ ਦੀ ਸਿਆਸਤ ਦੇ ਅੰਦਰ ਸਾਡਾ ਮੁਕਾਬਲਾ, ਦੇਖੋ ਜੋ ਹੈ ਉਹ ਇੰਨਾ ਹੀ ਹੈ ਕਿ ਅਸੀਂ ਤਾਂ ਕੇਵਲ ਪੰਜਾਬੀਆਂ ਦੀ ਲੜਾਈ ਲੜਨੀ ਹੈ। ਔਰ ਜਿਹੜੀਆਂ ਬਾਕੀ ਤਿੰਨੇ ਪਾਰਟੀਆਂ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਅਕਾਲੀ ਦਲ ਹੋਵੇ, ਔਰ ਤੀਜੀ ਆ ਨਵੀਂ ਦਿੱਲੀ ਤੋਂ ਆ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਵਾਸਤੇ, ਇਹ ਜਿਹੜੀਆਂ ਤਿੰਨੇ ਪਾਰਟੀਆਂ ਹੈਗੀਆਂ, ਇਹਨਾਂ ਦੇ ਵਿੱਚੋਂ ਸਭ ਨੂੰ ਦੇਖ ਲਿਆ। ਆਮ ਆਦਮੀ ਪਾਰਟੀ ਵੀ ਜਿਹੜੀ ਸੀਗੀ, ਉਹਨਾਂ ਨੇ ਦਿੱਲੀ ਦੇ ਅੰਦਰ ਜੋ ਲੋਕਾਂ ਦਾ ਹੱਲ ਕੀਤਾ ਉਹ ਵੀ ਲੋਕਾਂ ਦੇ ਧਿਆਨ 'ਚ ਹੈ। ਸੋ ਭਾਰਤੀ ਜਨਤਾ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਜਿਹੜੀ ਕਿ ਜੋ ਕਹਿੰਦੀ है वो करके दिखाती है और लोग साढ़े पे विश्वास करेंगे, ਅਸੀਂ सरकार बनावांगे। धन्यवाद हमारे साथ बात करने के लिए। ये थे जीवन गुप्ता। इनका कहना है कि पंजाब में भाजपा तमाम विधानसभा सीटें 117 सीटें लड़ेगी और इन्होंने जीत का दावा भी किया है, लेकिन वो किस दम पर कर रहे हैं ये तो यही जाने। इनका कहना है कि नवजोत सिंह सिद्धू केवल अपने अस्तित्व की लड़ाई रहे थे, जो उन्हें पाना था वह पा लिया। अब देखना है कि जो मुद्दे उन्होंने उठाए थे, रेत माफिया, बजरी माफिया, शराब माफिया, क्या ये तमाम मुद्दे हल हो जाएंगे? ये तो आने वाला समय ही बताएगा। अमृतसर से D4 न्यूज़ के लिए दीपक भंडारी की खास रिपोर्ट।